ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਆਰ ਯੂ ਰੈਡੀ? ਅੱਜ ਆਪਾਂ ਕਲਾਸ 7th ਦਾ ਚੈਪਟਰ ਫਸਟ ਪੌਦਿਆਂ ਵਿੱਚ ਪੋਸ਼ਣ ਦੇ ਬਾਰੇ ਪੜ੍ਹਾਂਗੇ। ਉਸ ਦੇ ਅੱਜ ਆਪਾਂ ਪ੍ਰਸ਼ਨ ਉੱਤਰ ਕਰਾਂਗੇ। ਅਧਿਆਇ ਪਹਿਲਾ, ਪੌਦਿਆਂ ਵਿੱਚ ਪੋਸ਼ਣ। ਇਸ ਦੀਆਂ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਆਪਣੇ ਕੋਲ ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਡੈਸ਼ ਕਹਿੰਦੇ ਹਨ। ਭਾਵ ਅਗਰ ਕੋਈ ਵੀ ਜੀਵ ਭੋਜਨ ਨੂੰ ਪ੍ਰਾਪਤ ਕਰ ਰਿਹਾ ਅਤੇ ਜਿਹੜਾ ਪ੍ਰਾਪਤ ਕੀਤਾ ਹੋਇਆ ਭੋਜਨ ਹੈ ਅਤੇ ਉਸਦੀ ਵਰਤੋਂ ਕਰ ਰਿਹਾ ਆਪਦੇ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਪੋਸ਼ਣ। ਨੈਕਸਟ ਆਪਣੇ ਕੋਲ ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਪੱਤਿਆਂ ਦੀ ਸਤ੍ਹਾ 'ਤੇ ਮੌਜੂਦ ਸੂਖਮ ਛੇਕਾਂ ਰਾਹੀਂ ਹਵਾ ਤੋਂ ਡੈਸ਼ ਲਈ ਜਾਂਦੀ ਹੈ। ਆਪਾਂ ਨੂੰ ਪਤਾ ਹੀ ਹੈ ਕਿ ਪੇੜ ਪੌਦਿਆਂ ਨੂੰ ਕਿਹੜੀ ਗੈਸ ਦੀ ਲੋੜ ਪੈਂਦੀ ਹੈ, ਅਤੇ ਆਪਾਂ ਪੜ੍ਹਿਆ ਸੀ ਜਿਹੜੇ ਸੂਖਮ ਛੇਕ ਸਟੋਮੈਟਾ ਹੁੰਦੇ ਆ ਉਹਦੇ ਰਾਹੀਂ ਜਿਹੜੇ ਪੇੜ ਪੌਦੇ ਆ ਕਿਹੜੀ ਗੈਸ ਲੈਂਦੇ ਆ? ਕਾਰਬਨ ਡਾਈਆਕਸਾਈਡ। ਤਾਂ ਇਸਦਾ ਆਨਸਰ ਆਏਗਾ ਕਾਰਬਨ ਡਾਈਆਕਸਾਈਡ। ਨੈਕਸਟ ਆਪਣੇ ਕੋਲ ਪ੍ਰਕਾਸ਼ ਸੰਸਲੇਸ਼ਨ ਦਾ ਪਹਿਲਾ ਉਤਪਾਦ ਡੈਸ਼ ਹੈ। ਭਾਵ ਪ੍ਰਕਾਸ਼ ਸੰਸਲੇਸ਼ਨ ਦੀ ਜਦੋਂ ਕਿਰਿਆ ਹੁੰਦੀ ਆ ਉਸ ਦੇ ਵਿੱਚ ਜਿਹੜਾ ਪਹਿਲਾ ਉਤਪਾਦ ਬਣਦਾ ਉਹ ਕੀ ਬਣਦਾ? ਆਪਣੇ ਕੋਲ ਗਲੂਕੋਜ਼ ਅਤੇ ਆਕਸੀਜਨ। ਨੈਕਸਟ ਆਪਣੇ ਕੋਲ ਜਿਹੜੇ ਜੀਵ ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ ਉਹਨਾਂ ਨੂੰ ਡੈਸ਼ ਕਹਿੰਦੇ ਹਨ। ਜਿਹੜੇ ਜੀਵ ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਹੋਏ ਭੋਜਨ ਦੇ ਉੱਤੇ ਹੀ ਕੀ ਕਰਦੇ? ਨਿਰਭਰ ਕਰਦੇ, ਡਿਪੈਂਡ ਕਰਦੇ ਆ। ਭਾਵ ਆਪਦਾ ਖਾਣਾ ਖੁਦ ਨਹੀਂ ਬਣਾਉਂਦੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪਰਪੋਸ਼ੀ। ਨੈਕਸਟ ਆਪਣੇ ਕੋਲ ਸਹੀ ਜਾਂ ਗਲਤ ਦੱਸੋ। ਪਹਿਲਾ ਹੈਗਾ ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਗ ਨਹੀਂ ਹੈ। ਇਹ ਗਲਤ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਪੋਸ਼ਕ ਤੱਤ ਹੁੰਦੇ ਆ ਕਾਰਬੋਹਾਈਡਰੇਟਸ, ਫੈਟਸ, ਮਿਨਰਲਸ, ਵਿਟਾਮਿਨਸ, ਇਹ ਸਾਰੇ ਕੀ ਇੱਕ ਆਪਣੇ ਲਈ ਭੋਜਨ ਦਾ ਕੀ ਹੁੰਦੇ ਆ? ਜ਼ਰੂਰੀ ਅੰਗ ਹੁੰਦੇ ਆ। ਤਾਂ ਕਰਕੇ ਕੀ ਆਊਗਾ ਇੱਥੇ? ਗਲਤ। ਨੈਕਸਟ ਹੈ ਸਾਰੇ ਹਰੇ ਪੌਦੇ ਸਵੈ ਪੋਸ਼ੀ ਹੁੰਦੇ ਹਨ। ਭਾਵ ਸਾਰੇ ਪੌਦੇ ਆਪਦਾ ਖਾਣਾ ਖੁਦ ਬਣਾਉਂਦੇ ਹਨ। ਸਹੀ ਆ, ਤਾਂ ਇਸਦਾ ਆਨਸਰ ਆਊਗਾ ਸਹੀ। ਯੂਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਉੱਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ। ਯੂਗਲੀਨਾ ਕੀ ਇੱਕ ਅਜਿਹਾ ਜੀਵ ਹੈ ਜਿਸ ਦੇ ਵਿੱਚ ਪੌਦੇ ਅਤੇ ਜੰਤੂ ਦੋਵਾਂ ਦੇ ਗੁਣ ਹੁੰਦੇ ਹਨ। ਉਹਨੂੰ ਆਪਾਂ ਕੀ ਹੁੰਦਾ ਆਪਣੇ ਕੋਲ? ਸਿੰਬਿਓਟਿਕ ਕਹਿ ਦਿੰਦੇ ਹਾਂ। ਨੈਕਸਟ ਹੈ ਪ੍ਰਕਾਸ਼ ਸੰਸਲੇਸ਼ਨ ਲਈ ਸੂਰਜੀ ਰੋਸ਼ਨੀ ਜ਼ਰੂਰੀ ਨਹੀਂ। ਇਹ ਵੀ ਗਲਤ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਪ੍ਰਕਾਸ਼ ਸੰਸਲੇਸ਼ਨ ਦੀ ਸੂਰਜੀ ਊਰਜਾ ਜ਼ਰੂਰੀ ਹੁੰਦੀ ਹੈ। ਨੈਕਸਟ ਆਪਣੇ ਕੋਲ ਮਿਲਾਨ ਚਿੰਨ੍ਹ। ਮਿਲਾਨ ਕਰਨਾ ਆਪਾਂ ਨੇ। ਖੁੰਬਾਂ ਕਿਸ ਦੀ ਆਪਣੇ ਕੋਲ ਉਦਾਹਰਨ ਹੈ? ਮ੍ਰਿਤ ਜੀਵੀ ਦੀ ਹੈ। ਇਹ ਆਪਾਂ ਨੇ ਜਦੋਂ ਚੈਪਟਰ ਰੀਡ ਆਊਟ ਕੀਤਾ ਸੀ ਉਦੋਂ ਪੜ੍ਹਿਆ ਸੀਗਾ। ਆਪਸ਼ਨਸ ਦੇ ਵਿੱਚ ਕੀ ਆਏਗਾ? ਮ੍ਰਿਤ ਜੀਵੀ। ਰਾਈਜ਼ੋਬੀਅਮ ਕੀ ਹੈ? ਫਲੀਦਾਰ ਪੌਦੇ ਜਿਹੜੇ ਕਿ ਨਾਈਟ੍ਰੋਜਨ ਸਥਿਰੀਕਰਨ ਦੇ ਵਿੱਚ ਸਹਾਇਤਾ ਕਰਦੇ ਆ। ਕਲੋਰੋਫਿਲ ਕਿੱਥੇ ਹੁੰਦੀ ਹੈ? ਪੱਤਿਆਂ ਦੇ ਵਿੱਚ ਹੁੰਦੀ ਹੈ। ਅਮਰਵੇਲ ਕਿਹਦੀ ਉਦਾਹਰਨ ਹੈ? ਪਰਜੀਵੀ। ਨੈਕਸਟ ਕੁਐਸਚਨ ਹੈ ਅਜਿਹਾ ਸੂਖਮ ਜੀਵ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ। ਨਾਈਟ੍ਰੋਜਨ ਨੂੰ ਸਥਿਰੀਕਰਨ ਕਰਨ ਵਿੱਚ ਕੌਣ ਸਹਾਇਤਾ ਕਰਦਾ? ਰਾਈਜ਼ੋਬੀਅਮ। ਇਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਨੈਕਸਟ ਹੈ ਜਿਹੜਾ ਜੀਵ ਆਪਣੇ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ ਉੱਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪਰਪੋਸ਼ੀ, ਜਿਹੜੇ ਦੂਜਿਆਂ ਉੱਤੇ ਨਿਰਭਰ ਕਰਦੇ ਹਨ। ਨੈਕਸਟ ਹੈ ਪੌਦਿਆਂ ਦਾ ਭੋਜਨ ਦਾ ਕਾਰਖਾਨਾ। ਭਾਵ ਪੌਦੇ ਆਪਦਾ ਜਿਹੜਾ ਖਾਣਾ ਹੈ, ਭੋਜਨ ਹੈ, ਕਿੱਥੇ ਮੇਨ ਬਣਾਉਂਦੇ ਆ? ਪੱਤਿਆਂ ਦੇ ਵਿੱਚ ਬਣਾਉਂਦੇ ਆ। ਤਾਂ ਇਸਦਾ ਸਹੀ ਆਪਸ਼ਨ ਹੈ ਪੱਤਾ। ਨੀਚੇ ਆਪਣੇ ਕੋਲ ਹੇਠ ਦਿੱਤੇ ਇਹਨਾਂ ਵਿੱਚੋਂ ਮ੍ਰਿਤ ਜੀਵੀ ਦੱਸਣੇ ਆ। ਮ੍ਰਿਤ ਜੀਵੀ ਦੀ ਕਿਹੜੀ ਉਦਾਹਰਨ ਹੈ? ਮ੍ਰਿਤ ਜੀਵੀ ਦੀ ਉਦਾਹਰਨ ਕੀ ਹੈ? ਖੁੰਭ। ਨੈਕਸਟ ਕੁਐਸਚਨ ਹੈ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪੋਸ਼ਣ ਦੀ ਪਰਿਭਾਸ਼ਾ ਲਿਖੋ। ਆਪਾਂ ਪਹਿਲਾਂ ਖਾਲੀ ਥਾਵਾਂ ਵਿੱਚ ਵੀ ਪੜ੍ਹ ਚੁੱਕੇ ਹਾਂ। ਪੋਸ਼ਣ ਕੀ ਹੁੰਦਾ? ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਆਪਾਂ ਕੀ ਕਹਿੰਦੇ ਹਾਂ? ਪੋਸ਼ਣ। ਨੈਕਸਟ ਕੁਐਸਚਨ ਹੈ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕੀ ਹੁੰਦੀ ਹੈ? ਪ੍ਰਕਾਸ਼ ਸੰਸਲੇਸ਼ਨ ਕਿਰਿਆ ਕੀ ਹੁੰਦੀ ਹੈ? ਜਦੋਂ ਹਰੇ ਪੌਦੇ ਸੂਰਜ ਦੀ ਮੌਜੂਦਗੀ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਅਤੇ ਪਾਣੀ ਤੋਂ ਆਪਣਾ ਭੋਜਨ ਤਿਆਰ ਕਰਦੇ ਹਨ। ਇਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ? ਪ੍ਰਕਾਸ਼ ਸੰਸਲੇਸ਼ਨ ਕਿਰਿਆ। ਜਦੋਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਆਪਸ 'ਚ ਮਿਲਦੇ ਆ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੌਜੂਦਗੀ ਦੇ ਵਿੱਚ, ਤਾਂ ਗਲੂਕੋਜ਼ ਅਤੇ ਆਕਸੀਜਨ ਗੈਸ ਵਿੱਚ ਤਬਦੀਲ ਹੋ ਜਾਂਦੇ ਆ। ਤਾਂ ਇਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ? ਪ੍ਰਕਾਸ਼ ਸੰਸਲੇਸ਼ਨ ਕਿਰਿਆ। ਨੈਕਸਟ ਕੁਐਸਚਨ ਹੈ ਪ੍ਰਕਾਸ਼ ਸੰਸਲੇਸ਼ਨ ਲਈ ਲੋੜੀਂਦੀ ਸਮੱਗਰੀ ਦੇ ਨਾਂ ਲਿਖੋ। ਲੋੜੀਂਦੀ ਸਮੱਗਰੀ ਕਿਹੜੀ ਕਿਹੜੀ ਚਾਹੀਦੀ ਹੁੰਦੀ ਹੈ? ਕਾਰਬਨ ਡਾਈਆਕਸਾਈਡ ਅਤੇ ਪਾਣੀ। ਨੈਕਸਟ ਕੁਐਸਚਨ ਹੈ ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ? ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜ਼ਮ ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ ਉਹਨਾਂ ਨੂੰ ਕੀਟ ਆਹਾਰੀ ਪੌਦੇ ਕਹਿੰਦੇ ਹਨ। ਉਦਾਹਰਨ ਵਜੋਂ
ਘੜਾ ਬੂਟੀ, ਜਿਹੜੇ ਕੀ ਹੈ ਕੁਛ ਇਹੋ ਜਿਹੇ ਪੌਦੇ ਵੀ ਹੈ ਜਿਹੜੇ ਕਿ ਕੀਟਾਂ ਨੂੰ ਕਿ ਪਕੜਨ ਅਤੇ ਹਜਮ ਕਰਨ ਦੇ ਵਿੱਚ ਹੀ ਮੌਜੂਦ ਹੁੰਦੇ, ਉਹਨਾਂ ਨੂੰ ਖਤਮ ਕਰ ਦਿੰਦੇ ਆ, ਆਪਦੇ ਨਾਲ ਹਜਮ ਵੀ ਕਰ ਲੈਂਦੇ ਆ। ਉਹਨਾਂ ਨੂੰ ਕੀ ਕਹਿੰਦੇ ਆ? ਪੌਦਿਆਂ ਨੂੰ ਕੀਟਾਹਾਰੀ ਪੌਦੇ ਕਹਿੰਦੇ ਆ। ਉਦਾਹਰਨ ਵਜੋਂ ਘੜਾ ਬੂਟੀ। ਬੱਚਿਓ ਇਹ ਹੁੰਦੇ ਜਿਹੜੇ ਡਾਇਗਰਾਮ 'ਚ ਦਿੱਤੇ ਹੋਏ ਆ, ਘੜਾ ਬੂਟੀ ਪੌਦਾ ਹੁੰਦਾ ਜਿਹੜਾ ਕੀ ਆ, ਇਹਨਾਂ ਵਿੱਚ ਇਹੋ ਜਿਹੀ ਪ੍ਰਣਾਲੀ ਹੁੰਦੀ ਹੈ ਜਿਹੜੀ ਕੀ ਆ ਕੀਟਾਂ ਨੂੰ ਆਪਦੇ ਅੰਦਰ ਪਕੜ ਵੀ ਲੈਂਦੇ ਅਤੇ ਉਹਨਾਂ ਨੂੰ ਹਜਮ ਵੀ ਕਰ ਜਾਂਦੇ ਆ। ਅਤੇ ਇਸ ਤਰ੍ਹਾਂ ਦੇ ਪੌਦਿਆਂ ਨੂੰ ਆਪਾਂ ਕੀ ਕਹਿੰਦੇ ਆ? ਕੀਟਾਹਾਰੀ ਪੌਦੇ ਕਹਿੰਦੇ ਆ। ਪ੍ਰਸ਼ਨ 6ਵਾਂ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ? ਪਰਜੀਵੀ ਕੀ ਹੁੰਦਾ? ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਦੂਜੇ ਸੰਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪਰਜੀਵੀ ਪੋਸ਼ਣ ਕਹਿੰਦੇ ਹਾਂ। ਉਦਾਹਰਨ ਵਜੋਂ ਅਮਰਵੇਲ। ਨੈਕਸਟ ਕੁਐਸਚਨ ਹੈ, ਸਹਿਜੀਵੀ ਸੰਬੰਧ ਦਾ ਵਰਣਨ ਕਰੋ। ਸਹਿਜੀਵੀ ਸੰਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਅਤੇ ਪੋਸ਼ਣ ਲਈ ਇੱਕ ਦੂਜੇ 'ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸੰਬੰਧ ਸਥਾਪਿਤ ਕਰਦੇ ਹਨ ਕਿ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ, ਜਿਵੇਂ ਕਿ ਉੱਲੀ ਅਤੇ ਕਾਇਕ ਸਹਿਜੀਵਨ ਹੁੰਦਾ ਹੈ। ਸਹਿਜੀਵੀ ਦੀ ਇੱਕ ਉਦਾਹਰਨ ਵੀ ਕਹਿ ਸਕਦੇ ਹਾਂ। ਘੜਾ ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ? ਆਪਾਂ ਹੁਣੀ ਪਹਿਲਾਂ ਹੀ ਡਾਇਗਰਾਮ ਦੇਖ ਚੁੱਕੇ ਹਾਂ। ਕੀਟਾਂ ਨੂੰ ਪਕੜਨ ਲਈ ਘੜਾ ਬੂਟੀ ਦੇ ਪੱਤੇ ਘੜੇ ਵਰਗੇ ਰਚਨਾਵਾਂ ਵਿੱਚ ਬਦਲ ਜਾਂਦੇ ਹਨ। ਇਸ ਘੜੇ ਵਰਗੀ ਰਚਨਾ ਦੇ ਮੂੰਹ 'ਤੇ ਹੇਠਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ। ਜਦੋਂ ਕੀਟ ਉਸ ਉੱਤੇ ਬੈਠਦਾ ਹੈ ਅਤੇ ਉਹ ਹੇਠਾਂ ਵੱਲ ਤਿਲਕ ਜਾਂਦਾ ਹੈ ਅਤੇ ਮੁੜ ਉੱਪਰ ਨਹੀਂ ਚੜ੍ਹ ਸਕਦਾ। ਇਸ ਤਰ੍ਹਾਂ ਘੜਾ ਬੂਟੀ ਪੌਦਾ ਜਿਹੜਾ ਕੀਟ ਹੈ ਉਹਨਾਂ ਨੂੰ ਕੀ ਹੈ? ਫੜ ਲੈਂਦਾ ਹੈ। ਨੈਕਸਟ ਕੁਐਸਚਨ ਹੈ, ਪ੍ਰਸ਼ਨ 7ਵਾਂ, ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਿਵੇਂ ਹੁੰਦੀ ਹੈ? ਜਿਹੜੇ ਮਿੱਟੀ ਦੀ ਪੋਸ਼ਕਾਂ ਦੀ ਜਿਹੜੀ ਪੂਰਤੀ ਆਪਾਂ ਕਿਵੇਂ ਕਰ ਸਕਦੇ ਹਾਂ? ਮਿੱਟੀ ਵਿੱਚ ਰੂੜੀ ਖਾਦ ਅਤੇ ਰਸਾਇਣਿਕ ਖਾਦ ਮਿਲਾ ਕੇ ਆਪਾਂ ਕੀ ਕਰ ਸਕਦੇ ਹਾਂ? ਪੋਸ਼ਕਾਂ ਦੀ ਪੂਰਤੀ ਕਰ ਸਕਦੇ ਹਾਂ। ਨਿਖੇੜਕਾਂ ਦੁਆਰਾ ਪੌਦਿਆਂ ਅਤੇ ਜੰਤੂਆਂ ਦੀ ਰਹਿੰਦ ਖੂੰਹਦ ਨੂੰ ਨਿਖੇੜ ਕੇ ਕਰ ਸਕਦੇ ਹਾਂ। ਰਾਈਜ਼ੋਬੀਅਮ ਵਰਗੇ ਜੀਵਾਣੂਆਂ ਦੁਆਰਾ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਵੀ ਆਪਾਂ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਰ ਸਕਦੇ ਹਾਂ। ਨੈਕਸਟ ਕੁਐਸਚਨ ਹੈ, ਪੋਸ਼ਕਾਂ ਤੋਂ ਕੀ ਭਾਵ ਹੈ? ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ। ਸਾਡੇ ਜੀਵਨ ਦੇ ਅੰਸ਼ ਜੋ ਸਾਡੇ ਸਰੀਰ ਲਈ ਜ਼ਰੂਰੀ ਹਨ, ਭਾਵ ਭੋਜਨ ਦੇ ਅੰਸ਼, ਆਪਾਂ ਜਿਹੜੀ ਚੀਜ਼ਾਂ ਖਾਣ ਲਈ ਸਰੀਰ ਦੇ ਲਈ ਵਾਧੇ ਲਈ ਜ਼ਰੂਰੀ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪੋਸ਼ਕ ਕਹਿੰਦੇ ਹਾਂ। ਜਿਵੇਂ ਕਿ ਹੋ ਗਿਆ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਆਦਿ। ਪੌਦਿਆਂ ਵਿੱਚ ਪੋਸ਼ਣ ਦੇ ਜਿਹੜੇ ਵੱਖ-ਵੱਖ ਢੰਗ ਹੁੰਦੇ ਆ, ਉਹ ਕਿਹੜੇ-ਕਿਹੜੇ? ਸਵੈ-ਪੋਸ਼ੀ ਪੋਸ਼ਣ ਅਤੇ ਪਰਪੋਸ਼ੀ। ਸਵੈ-ਪੋਸ਼ੀ ਤਾਂ ਆਪਾਂ ਪੜ੍ਹ ਹੀ ਚੁੱਕੇ ਹਾਂ। ਜਿਹੜੇ ਹਰੇ ਪੌਦੇ ਆ ਆਪਦਾ ਭੋਜਨ ਕੀ ਹੈ? ਖੁਦ ਤਿਆਰ ਕਰਦੇ ਆ। ਤਾਂ ਉਸ ਤਰ੍ਹਾਂ ਦੇ ਆਪਣੇ ਕੋਲ ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਸਵੈ-ਪੋਸ਼ੀ ਪੋਸ਼ਣ ਕਹਿੰਦੇ ਹਾਂ। ਜਿਵੇਂ ਕਿ ਹਰੇ ਪੌਦਿਆਂ ਦੇ ਵਿੱਚ ਪੋਸ਼ਣ। ਇਹ ਤਾਂ ਸਭ ਨੂੰ ਕਲੀਅਰ ਹੀ ਹੈ। ਨੈਕਸਟ ਹੈ ਪਰਪੋਸ਼ੀ ਪੋਸ਼ਣ। ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਭੋਜਨ ਲਈ ਪੌਦੇ ਜਾਂ ਹੋਰ ਜੀਵਾਂ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਪਰਪੋਸ਼ੀ ਪੋਸ਼ਣ ਕਹਿੰਦੇ ਹਨ। ਪਰਪੋਸ਼ੀ ਪੌਦਿਆਂ ਨੂੰ ਮੁੱਖ 4 ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਹੈਗੀ ਮ੍ਰਿਤਾਹਾਰੀ ਪੌਦੇ, ਦੂਸਰੀ ਪਰਜੀਵੀ ਪੌਦੇ, ਤੀਸਰੀ ਕੀਟਾਹਾਰੀ ਪੌਦੇ, ਚੌਥੀ ਹੈਗੇ ਸਹਿਜੀਵੀ ਪੌਦੇ। ਮ੍ਰਿਤਾਹਾਰੀ ਪੌਦੇ ਕੀ ਹੁੰਦੇ ਆ? ਜਿਹੜੇ ਪੌਦੇ ਪੋਸ਼ਣ ਲਈ ਮ੍ਰਿਤ ਜੀਵਾਂ ਜਾਂ ਗਲੇ ਸੜੇ ਪਦਾਰਥਾਂ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਆ? ਮ੍ਰਿਤਾਹਾਰੀ ਕਹਿੰਦੇ ਹਨ। ਇਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ, ਮ੍ਰਿਤ ਮਤਲਬ ਮਰੇ ਹੋਏ ਜੀਵ ਜਾਂ ਫਿਰ ਗਲੇ ਸੜੇ ਪਦਾਰਥਾਂ, ਜਿਵੇਂ ਕਿ ਉੱਲੀ ਇਸ ਦੀ ਉਦਾਹਰਨ ਹੈ। ਨੈਕਸਟ ਹੈ ਪਰਜੀਵੀ ਪੌਦੇ। ਜਿਹੜੇ ਪੌਦੇ ਦੂਜੇ ਸਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਪਰਜੀਵੀ ਕਹਿੰਦੇ ਹਨ। ਜਿਵੇਂ ਕਿ ਅਮਰਬੇਲ ਤਾਂ ਸਭ ਨੇ ਦੇਖੀ ਹੋਈ ਹੈ ਨਾ ਰਾਜੇ। ਨੈਕਸਟ ਹੈ, ਬੁੱਕ ਦੇ ਵਿੱਚ ਵੀ ਡਾਇਗਰਾਮ ਬਣੀ ਹੋਈ ਹੈ, ਤੁਸੀਂ ਉੱਥੋਂ ਵੀ ਦੇਖ ਸਕਦੇ ਹੋ। ਨੈਕਸਟ ਹੈ ਕੀਟਾਹਾਰੀ ਪੌਦੇ। ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹਜਮ ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ? ਕੀਟਾਹਾਰੀ ਪੌਦੇ ਕਹਿੰਦੇ ਹਾਂ। ਜਿਵੇਂ ਕਿ ਘੜਾ ਬੂਟੀ। ਲਾਸਟ ਆਪਣੇ ਕੋਲ ਸਹਿਜੀਵੀ ਪੌਦੇ। ਸਹਿਜੀਵੀ ਕੀ ਹੈ? ਇਸ ਸੰਬੰਧ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਜੀਵ ਹੈ ਆਪਣੇ ਆਸਰੇ ਅਤੇ ਆਪਣੇ ਪੋਸ਼ਣ ਦੇ ਲਈ ਇੱਕ ਦੂਜੇ ਦੇ ਕੀ ਹੈ? ਨਿਰਭਰ ਕਰਦੇ ਆ, ਭਾਵ ਡਿਪੈਂਡ ਕਰਦੇ ਆ, ਅਤੇ ਅਜਿਹਾ ਸੰਬੰਧ ਸਥਾਪਿਤ ਕਰਦੇ ਹਨ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ। ਜਿਵੇਂ ਕਿ ਉੱਲੀ ਅਤੇ ਕਾਇਕ ਸਹਿਜੀਵੀ ਪੌਦੇ ਦੀ ਉਦਾਹਰਨ ਹੈ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।